हाँ जी, ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਦਸੰਬਰ 2021 ਦੇ ਵਿੱਚ ਜਿਹੜਾ ਪੰਜਾਬ ਟੈਟ ਦਾ ਪੇਪਰ ਹੋਇਆ ਸੀ, ਉਹਦੇ ਬਾਕੀ ਰਹਿੰਦੇ ਸਮਾਜਿਕ ਸਿੱਖਿਆ ਦੇ ਪ੍ਰਸ਼ਨ ਸੋਲਵ ਕਰਾਂਗੇ। ਸਕਰੀਨ ਤੇ ਅਗਲਾ ਪ੍ਰਸ਼ਨ ਤੁਹਾਡੇ ਸਾਹਮਣੇ ਆ ਜੀ। ਸੰਸਾਰ ਦੇ ਕਿਸ ਦੇਸ਼ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਜਲ ਸ਼ਕਤੀ ਦੁਆਰਾ ਬਿਜਲੀ ਵਿਕਸਿਤ ਕੀਤੀ ਗਈ? ਆਪਸ਼ਨ ਹਨ ਟੋਕੀਓ, ਨਾਰਵੇ, ਦਿੱਲੀ ਜਾਂ ਮਦਰਾਸ। ਇਹਦਾ ਸਹੀ ਜਵਾਬ ਹੈ ਜੀ ਨਾਰਵੇ। ਜਿਹੜਾ ਨਾਰਵੇ ਆ, ਇੱਥੇ ਬਹੁਤ ਸਾਰੀਆਂ ਝੀਲਾਂ ਨੇ ਜੋ ਸਹੀ ਉਚਾਈ 'ਤੇ ਨੇ, ਤੇ ਸਹੀ ਉਚਾਈ 'ਤੇ ਹੋਣ ਕਰਕੇ ਇੱਥੇ ਹਾਈਡਰੋ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਨਾ ਸਸਤਾ ਹੈ। ਨਾਰਵੇ ਯੂਰਪ ਦੇ ਵਿੱਚ ਹੈ। ਇਹਦਾ ਸਹੀ ਜਵਾਬ ਹੈ ਜੀ ਬੀ। ਅਗਲਾ ਪ੍ਰਸ਼ਨ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਅਬਰਕ, ਜਿਹਨੂੰ ਆਪਾਂ ਮਾਈਕਾ ਵੀ ਕਹਿੰਦੇ ਆ, ਦਾ ਮੁੱਖ ਉਤਪਾਦਕ ਨਹੀਂ ਹੈ? ਆਪਸ਼ਨ ਹਨ ਝਾਰਖੰਡ, ਕਰਨਾਟਕ, ਰਾਜਸਥਾਨ ਜਾਂ ਆਂਧਰ ਪ੍ਰਦੇਸ਼। ਭਾਰਤ ਦੇ ਵਿੱਚ ਆਂਧਰ ਪ੍ਰਦੇਸ਼, ਰਾਜਸਥਾਨ, ਬਿਹਾਰ ਅਤੇ ਝਾਰਖੰਡ ਵਿੱਚ ਅਬਰਕ ਮਿਲਦਾ ਹੈ। ਝਾਰਖੰਡ ਵਿੱਚ ਕੋਡਰਮਾ ਦੇ ਵਿੱਚ ਕਾਫੀ ਅਬਰਕ ਮਿਲਦਾ ਹੈ, ਅਤੇ ਆਂਧਰ ਪ੍ਰਦੇਸ਼ ਦੇ ਵਿੱਚ ਨੈਲੋਰੇ ਮਾਈਨ ਦੇ ਵਿੱਚ ਵੀ ਦੇਸ਼ ਦਾ ਸਭ ਤੋਂ ਜ਼ਿਆਦਾ ਅਬਰਕ ਪ੍ਰੋਡਿਊਸ ਹੁੰਦਾ ਹੈ। ਕਰਨਾਟਕ ਅਬਰਕ ਦਾ ਮੁੱਖ ਉਤਪਾਦਕ ਨਹੀਂ ਹੈ। 118 ਦਾ ਸਹੀ ਜਵਾਬ ਹੈ ਜੀ ਬੀ। ਅਗਲਾ ਪ੍ਰਸ਼ਨ ਹੈ ਜੀ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ, ਜਿਹਨੂੰ ਆਪਾਂ ਸਾਰਕ ਵੀ ਕਹਿੰਦੇ ਆ, ਡੈਸ਼ ਵਿੱਚ ਬਣੀ। ਆਪਸ਼ਨ ਹਨ 1983, 1984, 1985 ਜਾਂ 1986। ਜਿਹੜੀ ਸਾਰਕ ਹੈ ਇਹ 8 ਦਸੰਬਰ 1985 ਨੂੰ ਢਾਕਾ ਬੰਗਲਾਦੇਸ਼ ਦੇ ਵਿੱਚ ਬਣੀ ਸੀ। ਇਹਦੇ 8 ਮੈਂਬਰ ਨੇ, ਜਿਹੜੇ ਨੇ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ। 119 ਪ੍ਰਸ਼ਨ ਦਾ ਸਹੀ ਜਵਾਬ ਹੈ ਜੀ ਸੀ, 1985। ਅਗਲਾ ਪ੍ਰਸ਼ਨ ਹੈ ਜੀ, ਮੈਨੂੰ ਦੱਸੋ ਅਤੇ ਮੈਂ ਭੁੱਲ ਜਾਵਾਂਗਾ, ਮੈਨੂੰ ਦਿਖਾਵੋ ਮੈਂ ਯਾਦ ਕਰਾਂਗਾ, ਮੈਨੂੰ ਸ਼ਾਮਲ ਕਰੋ ਮੈਂ ਸਮਝ ਜਾਵਾਂਗਾ। ਇਹ ਕਥਨ ਸਮਾਜਿਕ ਵਿਗਿਆਨ ਦੀ ਕਿਸ ਪਹੁੰਚ ਨਾਲ ਸੰਬੰਧਿਤ ਹੈ? ਆਪਸ਼ਨ ਹਨ ਰਚਨਾਤਮਕ ਪਹੁੰਚ, ਕੰਸਟਰਕਟਿਵ ਅਪਰੋਚ, ICT ਆਧਾਰਿਤ ਪਹੁੰਚ, ਸਹਿਕਾਰਤਾ ਆਧਾਰਿਤ ਸਿੱਖਣ ਦੀ ਪਹੁੰਚ ਤੇ ਅਨੁਭਵੀ ਪਹੁੰਚ। ਇੱਥੇ ਵਿਦਿਆਰਥੀ ਦੀ ਸ਼ਮੂਲੀਅਤ ਯਾਨੀ ਕਿ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ। ਉਸ ਨੂੰ ਸ਼ਾਮਲ ਹੋਣ 'ਤੇ ਅਨੁਭਵ ਹੋਵੇਗਾ। ਇਹ ਐਕਸਪੀਰੀਅੰਸਲ ਅਪਰੋਚ ਹੈ, ਇਹਨੂੰ ਆਪਾਂ ਅਨੁਭਵੀ ਅਪਰੋਚ ਵੀ ਕਹਿੰਦੇ ਆ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਇਨਕੁਆਰੀ ਟ੍ਰੇਨਿੰਗ ਮਾਡਲ ਕਿਸ ਨੇ ਵਿਕਸਿਤ ਕੀਤਾ? ਆਪਸ਼ਨ ਹਨ ਰਿਚਰਡ ਸਚਮੈਨ, ਜੀਰੋਮ ਬਰੂਨਰ, ਜਾਇਸ ਐਂਡ ਵੇਲ ਜਾਂ ਡੇਵਿਡ ਪੀ। ਜਿਹੜਾ ਇਨਕੁਆਰੀ ਟ੍ਰੇਨਿੰਗ ਮਾਡਲ ਹੈ ਇਹ ਰਿਚਰਡ ਸਚਮੈਨ ਨੇ ਵਿਕਸਿਤ ਕੀਤਾ ਸੀ। ਇਸ ਮਾਡਲ ਅਨੁਸਾਰ ਵਿਦਿਆਰਥੀਆਂ ਨੂੰ ਕਿਸੇ ਘਟਨਾ ਜਾਂ ਸਮੱਸਿਆ ਬਾਰੇ ਸੋਚਣ ਅਤੇ ਹੱਲ ਲੱਭਣ ਲਈ ਸਵਾਲ ਪੁੱਛਣ ਦੀ ਸਹੂਲਤ ਹੈ। 121 ਦਾ ਸਹੀ ਜਵਾਬ ਹੈ ਜੀ ਏ। ਅਗਲਾ ਪ੍ਰਸ਼ਨ ਹੈ ਜੀ, ਅਨੀਮੋਮੀਟਰ ਨਾਮਕ ਜੰਤਰ ਡੈਸ਼ ਨੂੰ ਮਾਪਣ ਦੇ ਕੰਮ ਆਉਂਦਾ ਹੈ? ਆਪਸ਼ਨ ਹਨ ਵਾਯੂਮੰਡਲ ਦਬਾਅ, ਹਵਾ ਦਾ ਤਾਪਮਾਨ, ਹਵਾ ਦੀ ਦਿਸ਼ਾ, ਹਵਾ ਦੀ ਗਤੀ। ਜਿਹੜਾ ਅਨੀਮੋਮੀਟਰ ਹੈ ਇਹ ਹਵਾ ਦੀ ਗਤੀ ਅਤੇ ਹਵਾ ਦਾ ਦਬਾਅ ਮਾਪਦਾ ਹੈ। ਇੱਥੇ ਹਵਾ ਦਾ ਦਬਾਅ ਕੋਈ ਆਪਸ਼ਨ ਨਹੀਂ ਹੈ। ਇਹਦਾ ਸਹੀ ਜਵਾਬ ਹੋਏਗਾ ਜੀ ਡੀ, ਹਵਾ ਦੀ ਗਤੀ। 122 ਦਾ ਸਹੀ ਜਵਾਬ ਹੈ ਜੀ ਡੀ। ਅਗਲਾ ਪ੍ਰਸ਼ਨ ਹੈ ਜੀ, 123 ਪ੍ਰਸ਼ਨ ਹੈ ਜੀ, ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਦਾ ਨਾਮ ਦੱਸੋ? ਆਪਸ਼ਨ ਹਨ ਸਰੋਜਨੀ ਨਾਇਡੂ, ਦਮਯੰਤੀ, ਤਾਰਾਬਾਈ ਸ਼ਿੰਦੇ ਜਾਂ ਪੰਡਿਤਾ ਰਾਮਾਬਾਈ। ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਇਹਦੀ ਪਹਿਲੀ ਭਾਰਤੀ ਮਹਿਲਾ ਪ੍ਰਧਾਨ ਸਰੋਜਨੀ ਨਾਇਡੂ ਜੀ ਸਨ, ਜੋ 1925 ਦੇ ਵਿੱਚ ਇਹਦੇ ਪ੍ਰਧਾਨ ਬਣੇ ਸਨ। ਅਗਲਾ ਪ੍ਰਸ਼ਨ ਹੈ ਜੀ, ਪਲਕ ਸਟ੍ਰੇਟ ਇਹਨਾਂ ਦੋ ਦੇਸ਼ਾਂ ਦੇ ਵਿਚਕਾਰ ਹੈ? ਆਪਸ਼ਨ ਹਨ ਭਾਰਤ ਤੇ ਸ਼੍ਰੀਲੰਕਾ, ਸ਼੍ਰੀਲੰਕਾ ਤੇ ਮਾਲਦੀਵ, ਭਾਰਤ ਤੇ ਮਾਲਦੀਵਜ਼ ਤੇ ਭਾਰਤ ਤੇ ਚੀਨ। ਜਿਹੜੀ ਪਲਕ ਸਟ੍ਰੇਟ ਹੈ ਇਹ ਭਾਰਤ ਤੇ ਸ਼੍ਰੀਲੰਕਾ ਦੇ ਵਿਚਕਾਰ ਹੈ। ਇਹ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, 125ਵਾਂ ਪ੍ਰਸ਼ਨ ਹੈ ਜੀ, 1853 ਵਿੱਚ ਬੰਬਈ ਤੋਂ ਥਾਨਾ ਤੱਕ ਪਹਿਲੇ ਰੇਲਵੇ ਟਰੈਕ ਦਾ ਡੈਸ਼ ਦੁਆਰਾ ਨਿਰਮਾਣ ਕੀਤਾ ਗਿਆ? ਆਪਸ਼ਨ ਹਨ ਲਾਰਡ ਡਲਹੌਜੀ, ਲਾਰਡ ਬੈਂਟਲੇ, ਲਾਰਡ ਮੈਕਾਲੇ ਜਾਂ ਸੇਂਟ ਜਾਰਜ। ਇਹ ਜਿਹੜਾ ਲਾਰਡ ਡਲਹੌਜੀ ਹੈ ਇਹਨੇ ਕਈ ਸੁਧਾਰ ਕੀਤੇ, ਜਿਨ੍ਹਾਂ ਦੇ ਵਿੱਚ ਰੇਲਵੇ, ਟੈਲੀਗ੍ਰਾਫ ਜਿਹਨੂੰ ਤਾਰ ਸਿਸਟਮ ਕਹਿੰਦੇ ਆ, ਅਤੇ ਡਾਕ ਨੈਟਵਰਕ ਸ਼ਾਮਲ ਸੀ। ਪਰ ਲਾਰਡ ਡਲਹੌਜੀ ਨੂੰ ਜ਼ਿਆਦਾ ਮਸ਼ਹੂਰ ਹੈ ਇਹ ਲੈਬਸ ਦੀ ਨੀਤੀ ਦੇ ਕਾਰਨ। ਲੈਬਸ ਦੀ ਨੀਤੀ ਦੇ ਕਾਰਨ 1857 ਦਾ ਵਿਦਰੋਹ ਵਧਿਆ ਸੀ। ਇੱਥੇ ਦਾ ਸਹੀ ਜਵਾਬ ਹੈ ਜੀ ਲਾਰਡ ਡਲਹੌਜੀ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਪੂਰਬੀ ਘਾਟ ਵਿੱਚ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਆਪਸ਼ਨ ਹਨ ਅਨਾਈਮੁੜੀ,
ਕੰਚਨਜੰਗਾ, ਮਹਿੰਦਰਾਗਿਰੀ ਜਾਂ ਖਾਸੀ। ਇਹਦਾ ਸਹੀ ਜਵਾਬ ਹੈ ਜੀ ਮਹਿੰਦਰਾਗਿਰੀ। ਜਿਹੜਾ ਮਹਿੰਦਰਾਗਿਰੀ ਹੈ ਇਹ ਉੜੀਸਾ ਦੇ ਵਿੱਚ ਹੈ ਤੇ 1501 ਮੀਟਰ ਉੱਚੀ ਹੈ ਇਹਦੀ ਉਚਾਈ। 126 ਦਾ ਸੀ ਆਪਸ਼ਨ ਬਿਲਕੁਲ ਸਹੀ ਹੈ। ਅੱਗੇ 127 ਕੁਐਸਚਨ ਆ ਜੀ, ਸੰਸਾਰ ਦੀ ਸਭ ਤੋਂ ਵੱਡੀ ਜਲ ਨਿਕਾਸੀ ਘਾਟੀ ਕਿਸ ਦੀ ਹੈ? ਆਪਸ਼ਨ ਹਨ ਐਮਾਜ਼ੋਨ ਨਦੀ, ਹਿਮਾਲਿਆ ਨਦੀ, ਪ੍ਰਾਇਦੀਪ ਨਦੀ ਜਾਂ ਬੀ ਅਤੇ ਸੀ ਦੋਨੋਂ, ਯਾਨੀ ਕਿ ਹਿਮਾਲਿਆ ਨਦੀ ਅਤੇ ਪ੍ਰਾਇਦੀਪ ਨਦੀ। ਇਹਦਾ ਸਹੀ ਜਵਾਬ ਹੈ ਜੀ ਐਮਾਜ਼ੋਨ ਨਦੀ। ਇਹ ਐਮਾਜ਼ੋਨ ਨਦੀ ਉੱਤਰੀ ਦੱਖਣੀ ਅਮਰੀਕਾ 'ਚ ਹੈ। ਇਹ ਜਲ ਨਿਕਾਸੀ ਘਾਟੀ ਲਗਭਗ 7 ਮਿਲੀਅਨ ਵਰਗ ਕਿਲੋਮੀਟਰ ਵਿੱਚ ਜਲ ਨਿਕਾਸੀ ਕਰਦੀ ਹੈ। ਇਹਦਾ ਸਹੀ ਜਵਾਬ ਹੈ ਐਮਾਜ਼ੋਨ ਨਦੀ, ਇਹ ਆਪਸ਼ਨ। ਅਗਲਾ ਪ੍ਰਸ਼ਨ ਹੈ ਜੀ 128 ਪ੍ਰਸ਼ਨ ਹੈ ਜੀ, ਸਿੰਧੂ ਜਲ ਸਮਝੌਤਾ 1960 ਦੇ ਨਿਯਮਾਂ ਅਨੁਸਾਰ ਭਾਰਤ ਸਿੰਧੂ ਨਦੀ ਵਿਵਸਥਾ ਦੇ ਕੁੱਲ ਪਾਣੀ ਦਾ ਡੈਸ਼ ਭਾਗ ਹੀ ਪ੍ਰਯੋਗ ਕਰ ਸਕਦਾ ਹੈ। ਜਿਹੜਾ ਸਿੰਧੂ ਜਲ ਸਮਝੌਤਾ 1960 ਸੀ ਉਹਦੇ ਅਨੁਸਾਰ ਭਾਰਤ ਸਤਲੁਜ, ਬਿਆਸ ਤੇ ਰਾਵੀ ਦਾ ਪਾਣੀ ਵਰਤ ਸਕਦਾ ਹੈ, ਜ਼ਿਆਦਾ ਪਾਣੀ, ਅਤੇ ਪਾਕਿਸਤਾਨ ਸਿੰਧ, ਜਿਹਲਮ ਅਤੇ ਚਨਾਬ ਨਦੀਆਂ ਦਾ ਪਾਣੀ ਵਰਤ ਸਕਦਾ ਹੈ। ਹੁਣ ਪਾਕਿਸਤਾਨ ਨੂੰ ਜਿਹੜੀ ਮਿਲੀ ਹੈ ਨਦੀ ਉਹਦੇ ਵਿੱਚ ਸਿੰਧ ਨਦੀ ਹੈ, ਪਰ ਭਾਰਤ ਉਹਦਾ 20% ਤੱਕ ਪਾਣੀ ਵਰਤ ਸਕਦਾ ਹੈ। ਇਹਦਾ ਸਹੀ ਜਵਾਬ ਹੈ ਜੀ ਸਿਰਫ 20%। ਅਗਲਾ ਪ੍ਰਸ਼ਨ ਹੈ ਜੀ, ਭਾਰਤ ਵਿੱਚ ਜੰਗਲੀ ਜੀਵ ਸੁਰੱਖਿਆ ਅਧਿਨਿਯਮ ਡੈਸ਼ ਵਿੱਚ ਲਾਗੂ ਹੋਇਆ। ਇਹਨੂੰ ਆਪਾਂ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਨਾਂ ਨਾਲ ਜਾਣਦੇ ਹਾਂ ਤੇ ਇਹ 1972 ਦੇ ਵਿੱਚ ਹੀ ਲਾਗੂ ਹੋਇਆ ਸੀ। ਇਹਦਾ ਸਹੀ ਜਵਾਬ ਹੈ ਜੀ 1972। ਅਗਲਾ ਪ੍ਰਸ਼ਨ ਹੈ ਜੀ, ਉਸ ਭੂ ਭਾਗ ਨੂੰ ਕੀ ਕਹਿੰਦੇ ਹਨ ਜੋ 3 ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੁੰਦਾ ਹੈ? ਆਪਸ਼ਨ ਹਨ ਸਮੁੰਦਰ ਤੱਟ, ਪ੍ਰਾਇਦੀਪ, ਟਾਪੂ ਜਾਂ ਮੈਦਾਨ। ਦੇਖੋ ਜਿਹੜਾ ਆਈਲੈਂਡ ਹੁੰਦਾ ਹੈ ਜਿਹਨੂੰ ਆਪਾਂ ਟਾਪੂ ਵੀ ਕਹਿੰਦੇ ਹਾਂ, ਇਹ ਸਾਰੇ ਪਾਸਿਆਂ ਤੋਂ ਸਮੁੰਦਰ ਦੇ ਨਾਲ ਘਿਰਿਆ ਹੁੰਦਾ ਹੈ ਤੇ ਜਿਹੜਾ ਪ੍ਰਾਇਦੀਪ ਹੁੰਦਾ ਹੈ ਜਿਹਨੂੰ ਪੈਨਿਨਸੂਲਾ ਕਹਿੰਦੇ ਨੇ, ਇਹ 3 ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੁੰਦਾ ਹੈ। ਇਹਦਾ ਸਹੀ ਜਵਾਬ ਹੈ ਜੀ ਪ੍ਰਾਇਦੀਪ। ਅਗਲਾ ਪ੍ਰਸ਼ਨ ਹੈ ਜੀ, ਦੱਖਣ ਪਠਾਰ ਵਿੱਚ ਤਿਕੋਣਾ ਭੂ ਭਾਗ ਹੈ ਜੋ ਡੈਸ਼ ਨਦੀ ਦੇ ਦੱਖਣ ਵਿੱਚ ਹੈ। ਜਿਹੜਾ ਦੱਖਣ ਪਠਾਰ ਹੈ ਇਹ ਇੱਕ ਤਿਕੋਣਾ ਭੂ ਭਾਗ ਹੈ। ਇਹ ਨਰਮਦਾ ਨਦੀ ਦੇ ਦੱਖਣ ਵਿੱਚ ਸਥਿਤ ਹੈ। ਨਰਮਦਾ ਨਦੀ ਗੁਜਰਾਤ, ਮੱਧ ਪ੍ਰਦੇਸ਼ ਵਿੱਚੋਂ ਲੰਘਦੀ ਹੈ। ਅੱਗੇ ਹੈ ਜੀ, ਫਰਾਂਸ ਨੇ ਵਿਦਿਆਰਥੀਆਂ ਨੂੰ ਕੋਈ ਵੀ ਧਾਰਮਿਕ ਜਾਂ ਰਾਜਨੀਤਿਕ ਸਬੂਤ ਜਾਂ ਚਿੰਨ੍ਹ ਪਾਉਣ ਤੋਂ ਪਾਬੰਦੀ ਵਾਲਾ ਕਾਨੂੰਨ ਕਦੋਂ ਪਾਸ ਕੀਤਾ? ਆਪਸ਼ਨ ਹਨ ਫਰਵਰੀ 2005, ਫਰਵਰੀ 2006, ਫਰਵਰੀ 2004 ਜਾਂ ਫਰਵਰੀ 2007। ਇਹ ਜਿਹੜਾ ਫਰਾਂਸ ਨੇ ਕਾਨੂੰਨ ਪਾਸ ਕੀਤਾ ਸੀ ਜਿਹਦੇ ਵਿੱਚ ਕੋਈ ਵੀ ਧਾਰਮਿਕ ਚਿੰਨ੍ਹ ਨਹੀਂ ਸੀ ਪਾਇਆ ਜਾ ਸਕਦਾ, ਇਹ ਫਰਵਰੀ 2004 ਦੇ ਵਿੱਚ ਲਾਗੂ ਹੋਇਆ। ਇਹਦਾ ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਹਿੰਦੂ ਉੱਤਰਾਧਿਕਾਰ ਸੋਧ ਐਕਟ 2005 ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਆਪਸ਼ਨ ਹਨ ਕੇਵਲ ਪੁੱਤਰ ਹੀ ਪਰਿਵਾਰਕ ਸੰਪਤੀ ਲੈ ਸਕਦੇ ਹਨ। ਅਗਲਾ ਆਪਸ਼ਨ ਹੈ ਜੀ, ਪੁੱਤਰ ਅਤੇ ਧੀਆਂ ਪਰਿਵਾਰਕ ਸੰਪਤੀ ਦਾ ਇੱਕੋ ਜਿਹਾ ਹਿੱਸਾ ਲੈ ਸਕਦੇ ਹਨ। ਪੁੱਤਰ, ਧੀਆਂ ਅਤੇ ਮਾਂ ਪਰਿਵਾਰਕ ਸੰਪਤੀ ਦਾ ਬਰਾਬਰ ਹਿੱਸਾ ਲੈ ਸਕਦੇ ਹਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਜਿਹੜੀ ਇਹ ਸੋਧ ਹੋਈ ਸੀ, ਇਸ ਸੋਧ ਨੇ ਲਿੰਗ ਦੇ ਆਧਾਰ ਤੇ ਭੇਦਭਾਵ ਨੂੰ ਖਤਮ ਕੀਤਾ ਸੀ ਜੋ ਜਾਇਦਾਦ ਦੀ ਵੰਡ ਵੇਲੇ ਹੁੰਦਾ ਸੀ। ਇਹਦਾ ਸਹੀ ਜਵਾਬ ਹੈ ਜੀ ਪੁੱਤਰ, ਧੀਆਂ ਅਤੇ ਮਾਂ ਪਰਿਵਾਰਕ ਸੰਪਤੀ ਦਾ ਬਰਾਬਰ ਹਿੱਸਾ ਲੈ ਸਕਦੇ ਹਨ। ਸੀ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਸਰਵ ਉੱਚ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਹੋਈ? ਆਪਸ਼ਨ ਹਨ ਅਗਸਤ 15, 1948, ਅਗਸਤ 15, 1949, ਜਨਵਰੀ 26, 1949 ਜਾਂ ਜਨਵਰੀ 26, 1950। ਇਹਦਾ ਸਹੀ ਜਵਾਬ ਹੈ ਜੀ 26 ਜਨਵਰੀ 1950। ਡੀ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਸੰਵਿਧਾਨ ਦਾ ਆਰਟੀਕਲ 22 ਅਤੇ ਅਪਰਾਧਿਕ ਕਾਨੂੰਨ ਹਰ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਹੇਠ ਲਿਖੇ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਆਪਸ਼ਨ ਹਨ ਗ੍ਰਿਫਤਾਰ ਹੋਣ ਦੇ 24 ਘੰਟਿਆਂ ਦੇ ਅੰਦਰ ਜੱਜ ਸਾਹਮਣੇ ਪੇਸ਼ ਕਰਨ ਦਾ ਅਧਿਕਾਰ। ਅਗਲਾ ਆਪਸ਼ਨ ਹੈ ਗ੍ਰਿਫਤਾਰ ਦੌਰਾਨ ਜਾਂ ਕੈਦ ਵਿੱਚ ਤਕਲੀਫ ਜਾਂ ਯਾਤਨਾ ਨਾ ਦੇਣ ਦਾ ਅਧਿਕਾਰ। ਅੱਗੇ ਹੈ ਜੀ, ਪੁਲਿਸ ਕੈਦ ਵਿੱਚ ਕੀਤੇ ਕਬੂਲਨਾਮੇ ਨੂੰ ਦੋਸ਼ੀ ਵਿਰੁੱਧ ਸਬੂਤ ਵਜੋਂ ਨਾ ਵਰਤੇ ਜਾਣ ਦਾ ਅਧਿਕਾਰ। ਅਤੇ ਲਾਸਟ ਵਾਲਾ ਆਪਸ਼ਨ ਹੈ 15 ਸਾਲ ਤੋਂ ਘੱਟ ਉਮਰ ਦਾ ਲੜਕਾ ਅਤੇ ਔਰਤਾਂ ਨੂੰ ਕੇਵਲ ਪੁੱਛਗਿੱਛ ਲਈ ਪੁਲਿਸ ਸਟੇਸ਼ਨ ਨਾ ਬੁਲਾਏ ਜਾਣ ਦਾ ਅਧਿਕਾਰ। ਇਹ ਜਿਹੜਾ ਸੰਵਿਧਾਨ ਦਾ ਆਰਟੀਕਲ 22 ਹੈ ਇਹਨੂੰ ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ ਵੀ ਕਹਿੰਦੇ ਨੇ। ਇਹਦੇ ਵਿੱਚ ਇਹ ਸਾਰੇ ਹੀ ਅਧਿਕਾਰ ਸ਼ਾਮਲ ਨੇ। ਇਹਦਾ ਮਤਲਬ ਇਹਦਾ ਸਹੀ ਜਵਾਬ ਹੈ ਜੀ ਉਪਰੋਕਤ ਸਾਰੇ
डी ऑप्शन बिल्कुल सही है। उम्मीद है ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਹੋਏਗੀ। ਇਹਦੀਆਂ ਜਿਹੜੀਆਂ ਬਾਕੀ ਵੀਡੀਓ ਨੇ ਉਹ ਜਲਦੀ ਹੀ ਲੈ ਕੇ ਆਵਾਂਗੇ। ਤੁਸੀਂ ਸਾਡੇ ਚੈਨਲ 'ਤੇ ਜਿਹੜੀਆਂ ਉਪਲਬਧ ਵੀਡੀਓ ਨੇ ਉਹਨਾਂ ਸਾਰਿਆਂ ਨੂੰ ਜ਼ਰੂਰ ਦੇਖਿਓ, ਕਿਉਂਕਿ ਉਹਨਾਂ ਦੇ ਵਿੱਚ ਬਹੁਤ ਸਾਰੇ ਪੁਆਇੰਟ ਪਹਿਲਾਂ ਹੀ ਡਿਸਕਸ ਕੀਤੇ ਜਾ ਚੁੱਕੇ ਨੇ। ਤੁਸੀਂ ਦੇਖੋਗੇ ਕਿ ਸਾਡੀਆਂ ਪੜ੍ਹਾਏ ਗਏ ਪ੍ਰਸ਼ਨਾਂ ਦੇ ਵਿੱਚੋਂ ਬਹੁਤ ਸਾਰੇ ਪ੍ਰਸ਼ਨ ਪਿਛਲੇ ਸਾਲ ਰਿਪੀਟ ਹੋਏ ਸੀ ਅਤੇ ਅੱਗੇ ਵੀ ਆਉਣ ਦੇ ਚਾਂਸਸ ਨੇ, ਕਿਉਂਕਿ ਇਹ ਇੱਕ ਹਿੱਟ ਐਂਡ ਟਰਾਇਲ ਮੈਥਡ ਹੈ ਕਿ ਤੁਸੀਂ ਜਿਹੜੇ ਪਿਛਲੇ ਸਾਲਾਂ ਦੇ ਪ੍ਰਸ਼ਨ ਨੇ ਉਹਨਾਂ ਨੂੰ ਜੇਕਰ ਚੰਗੀ ਤਰ੍ਹਾਂ ਦੇਖੋ, ਉਹ ਜਿਹੜੇ ਟੌਪਿਕ ਜਿਨ੍ਹਾਂ ਤੋਂ ਪ੍ਰਸ਼ਨ ਲਗਭਗ ਬਣਦੇ ਨੇ ਉਹਨਾਂ ਨੂੰ ਤੁਸੀਂ ਸਹੀ ਤਰੀਕੇ ਨਾਲ ਕਰੋ ਤਾਂ ਤੁਹਾਡੀ ਜਿਹੜੀ ਪੋਸੀਬਿਲਿਟੀ ਹੈ ਜਾਂ ਪ੍ਰੋਬੇਬਿਲਿਟੀ ਹੈ ਪਾਸ ਹੋਣ ਦੀ ਵੱਧ ਜਾਂਦੀ ਹੈ। ਉਮੀਦ ਹੈ ਤੁਸੀਂ ਵਧੀਆ ਤਿਆਰੀ ਕਰ ਰਹੇ ਹੋਵੋਗੇ। ਧੰਨਵਾਦ। ਫਿਰ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ। ਥੈਂਕ ਯੂ।